ਅੱਜ ਜਿਹੜਾ ਆਪਾਂ ਟੌਪਿਕ ਡਿਸਕਸ ਕਰਨਾ ਹੈ ਉਹ ਆਪਣਾ ਹੈਗਾ ਡਿਸਪਰਸ਼ਨ ਆਫ ਲਾਈਟ, ਜਿਹਨੂੰ ਅਸੀਂ ਬੋਲ ਸਕਦੇ ਹਾਂ ਪੰਜਾਬੀ ਦੇ ਵਿੱਚ ਜਿਹੜਾ ਪ੍ਰਕਾਸ਼ ਦਾ ਵਿਖੇਪਣ। ਹੁਣ ਅਸੀਂ ਸਟੱਡੀ ਕਰਦੇ ਹਾਂ ਵੀ ਜਿਹੜੀ ਵਾਈਟ ਲਾਈਟ ਜਿਹੜੀ ਆਪਣੀ, ਜਦੋਂ ਅਸੀਂ ਵਾਈਟ ਲਾਈਟ ਨੂੰ ਇੱਕ ਪ੍ਰਿਜ਼ਮ ਦੇ ਥਰੂ ਲੰਘਾਉਣੇ ਆ ਤਾਂ ਕੀ ਹੁੰਦਾ ਹੈ, ਉਹ 7 ਕਲਰਸ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ, ਜਿਹਨੂੰ ਅਸੀਂ ਬੋਲਦੇ ਹਾਂਗੇ ਬਿਬ ਸਕੁਆਇਰ। ਹੁਣ ਕੁਐਸਚਨ ਦਿਮਾਗ 'ਚ ਕਿਵੇਂ ਆਉਂਦਾ ਵੀ ਵਾਈਟ ਲਾਈਟ ਜਿਹੜੀ ਆਪਾਂ ਕਹਿੰਦੇ ਵੀ ਲਾਈਟ ਦਾ ਸਾਨੂੰ ਕੋਈ ਕਲਰ ਜਿਹੜਾ ਵਾਈਟ ਦਿਸਦਾ, ਫਿਰ ਉਹਦੇ 'ਚ 7 ਕਲਰ ਜਿਹੜੇ ਇਹ ਚੈੱਕ ਕਰਨਾ ਹੋਵੇ, ਜੇ ਤੁਸੀਂ ਉਹਨੂੰ ਲੰਘਾਓਗੇ ਇੱਕ ਨੋਰਮਲ ਗਲਾਸ ਦੇ ਥਰੂ, ਜਿਵੇਂ ਤੁਹਾਡੇ ਕੋਲ ਗਲਾਸ ਦੀ ਕੋਈ ਸ਼ੀਟ ਹੈ ਉਹਦੇ ਥਰੂ ਲੰਘਾਓਗੇ ਤਾਂ ਉਹ 7 ਕਲਰ ਆਪਾਂ ਨੂੰ ਵਿਜ਼ੀਬਲ ਨਹੀਂ ਹੁੰਦੇ। ਉਹਦਾ ਕਾਰਨ ਕੀ ਹੈ ਵੀ ਪ੍ਰਿਜ਼ਮ ਦੇ ਥਰੂ ਲੰਘਾਉਣ ਨਾਲ ਹੀ ਕਿਉਂ ਜਿਹੜੇ 7 ਕਲਰ ਆਪਾਂ ਨੂੰ ਉਹ ਮਿਲਦੇ ਨੇ। ਆਪਾਂ ਇਹ ਕਾਰਨ ਜਾਣਦੇ। ਇਹਦਾ ਕਾਰਨ ਇਹ ਹੈ ਕਿ ਜਦੋਂ ਇੱਥੇ ਅਸੀਂ ਵਾਈਟ ਲਾਈਟ ਨੂੰ ਪਾਸ ਕਰਵਾਵਾਂਗੇ ਇੱਕ ਕਿਹਦੇ ਥਰੂ, ਇੱਕ ਗਲਾਸ ਦੀ ਸ਼ੀਟ ਦੇ ਥਰੂ, ਤਾਂ ਉਹ 7 ਰੰਗਾਂ ਦੇ ਵਿੱਚ ਨਹੀਂ ਟੁੱਟਣਾ ਨੇ। ਕਾਰਨ ਕੀ ਹੈ, ਉੱਥੇ ਉਹ ਲਾਈਟ ਜਿਹੜੀ ਉਹ ਕੁਛ ਐਂਗਲ ਤੇ ਬੈਂਡ ਹੋ ਜੂਗੀ ਇਹ ਵਾਲੀ, ਬਟ ਜਦੋਂ ਇਹ ਪ੍ਰਿਜ਼ਮ ਦੇ ਥਰੂ ਪਾਸ ਕਰੂ ਤਾਂ ਕੀ ਹੁੰਦਾ, ਉੱਥੇ ਜਿਹੜੀ ਵਾਈਟ ਲਾਈਟ ਵਿੱਚ ਜਦੋਂ ਪ੍ਰਿਜ਼ਮ ਦੇ ਥਰੂ ਲੰਘਦੀ ਹੈ, ਇੱਕ ਮੀਡੀਅਮ ਬਣਾਇਆ ਹੋਇਆ ਆਪਾਂ ਜਿਹੜਾ ਡੈਂਸਰ ਮੀਡੀਅਮ ਕਹਿ ਸਕਦੇ ਹਾਂ, ਜ਼ਿਆਦਾ ਡੈਂਸਰ ਮੀਡੀਅਮ ਹੈ। ਜਿਹੜਾ ਗਲਾਸ ਹੁੰਦਾ ਹੈ ਇਹ ਇਹਦੇ ਪ੍ਰਿਜ਼ਮ ਦੇ ਮੁਕਾਬਲੇ ਥੋੜਾ ਕੀ ਹੁੰਦਾ, ਮੀਡੀਅਮ ਰੇਅਰ ਹੁੰਦਾ, ਬਿਰਲਾ। ਇਹਦੇ ਅਕੋਰਡਿੰਗ ਇੱਕ ਪ੍ਰਿਜ਼ਮ ਦੇ ਅਕੋਰਡਿੰਗ ਤਾਂ ਡੈਂਸਰ ਮੀਡੀਅਮ ਵਿੱਚ ਜਦੋਂ ਪਾਸ ਕਰਦੀ ਹੈ ਲਾਈਟ ਤਾਂ ਉੱਥੇ ਕੀ ਹੁੰਦਾ ਹੈਗਾ, ਹਰ ਇੱਕ ਕਲਰ, ਹਰ ਇੱਕ ਰੰਗ ਕੀ ਹੁੰਦਾ ਹੈਗਾ, ਅਲੱਗ-ਅਲੱਗ ਐਂਗਲ ਤੇ ਬੈਂਡ ਹੋ ਜਾਂਦਾ, ਜਿਹਦੇ ਕਰਕੇ ਲਾਈਟ ਕਿੰਨੇ ਰੰਗਾਂ ਵਿੱਚ ਟੁੱਟ ਜਾਂਦੀ ਹੈ, ਆਪਣੀ 7 ਦੇ ਵਿੱਚ, ਯਾਨੀ ਕਿ 7 ਰੰਗਾਂ ਦੇ ਵਿੱਚ ਜਿਹੜੀ ਲਾਈਟ ਉਹ ਬ੍ਰੇਕ ਹੋ ਜਾਂਦੀ ਹੈ। ਤਾਂ ਤੁਸੀਂ ਕਾਰਨ ਇਹੀ ਦੇਣਾ ਵੀ ਪ੍ਰਿਜ਼ਮ ਦੇ ਥਰੂ ਪਾਸ ਕਰਨ ਨਾਲ ਜਿਹੜੀ ਸਾਡੀ ਇੱਕ ਲਾਈਟ ਹੈ, ਪ੍ਰਕਾਸ਼, ਉਹ 7 ਰੰਗਾਂ ਵਿੱਚ ਟੁੱਟਣ ਦਾ ਕਾਰਨ ਕੀ ਹੈ, ਜਿਹੜੀ ਲਾਈਟ ਦੇ ਵਿੱਚ ਹਰ ਇੱਕ ਕਲਰ ਅਲੱਗ-ਅਲੱਗ ਐਂਗਲ ਤੇ ਕੀ ਹੁੰਦਾ ਹੈਗਾ, ਬੈਂਡ ਹੋ ਜਾਂਦਾ, ਜਿਹਦੇ ਕਰਕੇ ਕਲਰ ਸਾਨੂੰ ਕੀ ਦਿਸਣ ਲੱਗ ਜਾਂਦਾ ਕਿ ਸੈਪਰੇਟ। ਇਹਨੂੰ ਕੀ ਕਹਿੰਦੇ ਅਸੀਂ, ਡਿਸਪਰਸ਼ਨ ਆਫ ਵਾਈਟ ਲਾਈਟ। ਇਸ ਨੂੰ ਇਹ ਫਿਨੋਮੀਨਾ ਸਕਾਈ ਦੇ ਵਿੱਚ ਵੀ ਦੇਖਣ ਨੂੰ ਮਿਲਦਾ, ਆਪਾਂ ਨੈਕਸਟ ਟਾਈਮ ਡਿਸਕਸ ਕਰਾਂਗੇ ਨਾ, ਵੀ ਜਿਹੜੀ ਰੇਨਬੋ ਫਾਰਮੇਸ਼ਨ ਹੁੰਦੀ ਹੈ, ਤੁਸੀਂ ਸਕਾਈ ਦੇ ਵਿੱਚ ਦੇਖਿਆ ਹੋਣਾ, ਰੇਨਬੋ ਬਣਦੀ ਹੈ, ਇਹਨੂੰ ਪੰਜਾਬੀ 'ਚ ਬੋਲਦੇ ਆ ਵੀ 7 ਰੰਗੀ ਪੀਂਘ। ਉਹਦਾ ਕਾਰਨ ਕੀ ਹੁੰਦਾ ਹੈ, ਜਿਹੜਾ ਸਕਾਈ ਹੈ ਜਦੋਂ ਬਾਰਿਸ਼ ਹੁੰਦੀ ਹੈ ਨਾ, ਉਹਦੀਆਂ ਕੁਝ ਡ੍ਰੌਪਸ ਜਿਹੜੀਆਂ ਉਹ ਕੀ ਰਹਿੰਦੀਆਂ ਨੇ, ਸਸਪੈਂਡਡ ਰਹਿੰਦੀਆਂ ਨੇ, ਯਾਨੀ ਕਿ ਹਵਾ ਦੇ ਵਿੱਚ ਰਹਿੰਦੀਆਂ, ਲਟਕਦੀਆਂ ਹੋਈਆਂ ਪਾਣੀ ਦੀਆਂ ਬੂੰਦਾਂ। ਜਦੋਂ ਇੱਕ ਸੂਰਜ ਦਾ ਪ੍ਰਕਾਸ਼, ਸਨ ਦਾ, ਉਹਨਾਂ ਦੇ ਉੱਪਰ ਪੈਂਦਾ ਹੈ ਤਾਂ ਉੱਥੇ ਡੈਂਸਰ ਮੀਡੀਅਮ 'ਚ ਪਾਸ ਕਰਨ ਕਰਕੇ ਉਹ ਕਿੰਨੇ ਕਲਰ ਦੇ ਵਿੱਚ ਸੈਪਰੇਟ ਹੋ ਜਾਂਦਾ ਹੈਗਾ, 7 ਦੇ ਵਿੱਚ। ਪਰ ਕਈ ਬੱਚਿਆਂ ਦਾ ਕੁਐਸਚਨ ਇਹ ਆ ਰਿਹਾ ਹੋ ਵੀ ਸਾਨੂੰ 7 ਦੇ 7 ਕਦੇ ਵੀ ਵਿਜ਼ੀਬਲ ਨਹੀਂ ਹੋਏ। ਮੋਸਟਲੀ ਸਾਨੂੰ ਇਹ ਵਾਲੇ ਕਲਰ ਦੇਖਣ ਨੂੰ ਮਿਲਦੇ ਨੇ, ਇਹ ਵਾਲਾ ਨਹੀਂ ਮਿਲਦਾ, ਇੰਡੀਗੋ ਤੇ ਵਾਇਲਟ। ਇਹਦਾ ਕਾਰਨ ਕੀ ਹੈਗਾ, ਇਹ ਉਹ ਰੰਗ ਹੈ ਜਿਹੜੇ ਕਲਰਸ ਦੇ ਪ੍ਰਤੀ ਜਿਹੜੀ ਉਹਨਾਂ ਦੀ ਲਾਈਟ ਹੈ ਉਹਦੇ ਪ੍ਰਤੀ ਜਿਹੜੀ ਆਪਣੀ ਆਈ ਹੈ ਉਹ ਸੈਂਸਿਟਿਵ ਨਹੀਂ ਹੈਗੀ। ਮੀਨਸ ਤੁਹਾਡੀ ਆਈ ਜਿਹੜੀ ਅੱਖ ਹੈ ਉਹ ਇਹ ਵਾਲੇ ਰੰਗਾਂ ਦੀ ਲਾਈਟ ਜਿਹੜੀ ਉਹਦੀ ਪਹਿਚਾਣ ਉਹ ਨਹੀਂ ਕਰ ਪਾਉਂਦੀ, ਜਿਹੜੀ ਇੱਕ ਵਾਈਟ ਲਾਈਟ ਵਿੱਚੋਂ ਯਾਨੀ ਕਿ ਚਿੱਟੇ ਪ੍ਰਕਾਸ਼ ਵਿੱਚੋਂ ਆ ਰਹੀ ਹੈ। ਇਹ ਕਾਰਨ ਹੁੰਦਾ। ਤਾਂ ਰੇਨਬੋ ਬਣਨ ਦਾ ਕਾਰਨ ਤੁਸੀਂ ਦੱਸ ਸਕਦੇ ਹੋ, ਜਿਹਦਾ ਪੁੱਛਿਆ ਜਾਂਦਾ ਤੁਹਾਨੂੰ MCQ ਦੇ ਵਿੱਚ, ਤਾਂ ਤੁਸੀਂ ਸਿੰਪਲੀ ਲਿਖ ਦੋਗੇ ਡਿਊ ਟੂ ਐਟਮੋਸਫੀਅਰ ਰਿਫਰੈਕਸ਼ਨ। ਹੁਣ ਕਈ ਬੱਚਿਆਂ ਨੂੰ ਧਿਆਨ 'ਚ ਨਹੀਂ ਹੋਣਾ ਵੀ ਰਿਫਰੈਕਸ਼ਨ ਕੀ ਹੈ। ਰਿਫਰੈਕਸ਼ਨ ਦਾ ਮਤਲਬ ਹੁੰਦਾ ਹੈ ਇੱਕ ਲਾਈਟ ਕਿਸੇ ਮੀਡੀਅਮ ਦੇ ਵਿੱਚੋਂ ਪਾਸ ਕਰਦੀ। ਹੁਣ ਕੀ ਕਹਿੰਦੇ,
ਰਿਫਰੈਕਸ਼ਨ, ਪੰਜਾਬੀ ਚ ਕਹਿੰਦੇ ਇਹਨੂੰ ਅਪਵਰਤਨ। ਜੇ ਲਾਈਟ ਦੀ ਰਿਫਲੈਕਸ਼ਨ ਕੀ ਹੁੰਦੀ ਹੈ, ਲਾਈਟ ਕਿਸੇ ਸਰਫੇਸ ਤੇ ਪੈ ਕੇ ਵਾਪਸ ਆਉਂਦੀ ਹੈ, ਇਹਨੂੰ ਅਸੀਂ ਰਿਫਲੈਕਸ਼ਨ ਕਹਿੰਦੇ ਹਾਂ। ਇਹ ਚ I ਤੇ R ਕੋਣ ਅਸੀਂ ਬਰਾਬਰ ਕਰਦੇ ਹਾਂ। ਇਹ ਆਪਾਂ ਬਾਅਦ ਚ ਡਿਟੇਲ ਪੜਾਂਗੇ ਜੀ, ਨੈਕਸਟ ਆਪਾਂ ਯੂਨਿਟ ਕਰਾਂਗੇ। ਫਿਲਹਾਲ ਤੁਸੀਂ ਇਹ ਦੱਸੋ ਮੈਨੂੰ ਵੀ 7 ਕਲਰਸ ਦਾ ਕੰਸੈਪਟ ਕਲੀਅਰ ਹੈ ਵੀ ਕਿਉਂ ਡਿਵਾਈਡ ਹੁੰਦੇ ਆ, ਕਿਉਂਕਿ ਸਾਨੂੰ ਪਤਾ ਲੱਗ ਗਿਆ ਵੀ ਹਰ ਇੱਕ ਕਲਰ ਅਲੱਗ-ਅਲੱਗ ਐਂਗਲ ਤੇ ਬੈਂਡ ਹੋਣਾ ਹੈ, ਜਦੋਂ ਉਹਨੂੰ ਡੈਂਸਰ ਮੀਡੀਅਮ ਦੇ ਵਿੱਚੋਂ ਕੀ ਕੀਤਾ ਜਾਊਗਾ, ਪਾਸ ਕੀਤਾ ਜਾਊਗਾ। ਤਾਂ ਮੈਨੂੰ ਟਾਈਪ ਕਰ ਦਿਓ 7। ओके, ठीक है स्टूडेंट्स। ठीक है सारे ने क्लियर। तो फिर अपन नेक्स्ट स्लाइड वाल जाने। ये भी ये तो प्रिज्म ਨਾਲ ਰਿਲੇਟਡ ਹੈ, ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਕੁਝ ਐਂਗਲ ਦੇ ਰਿਗਾਰਡਿੰਗ ਤੁਹਾਨੂੰ ਕੁਐਸਚਨ ਆ ਜਾਂਦਾ। ਇਹ ਸਾਡੇ ਕੋਲੇ ਪ੍ਰਿਜ਼ਮ ਹੈ, ਇਹ ਤੁਸੀਂ ਇਹਦੇ ਵਿੱਚੋਂ ਜਦੋਂ ਕਿਸੇ ਐਂਗਲ ਦੇ ਉੱਪਰ ਤੁਸੀਂ ਤੋਂ ਵਾਈਟ ਲਾਈਟ ਜਿਹੜਾ ਪ੍ਰਕਾਸ਼ ਲੰਘਾਉਂਦੇ ਹੋ, ਜਿੰਨੇ ਐਂਗਲ ਤੇ ਉਹਨੂੰ ਪਾਉਂਗੇ ਤੁਸੀਂ, ਇਹ ਨਾਰਮਲ ਹੈ ਜਿਹੜਾ ਨੂੰ ਹਮੇਸ਼ਾ 90 ਡਿਗਰੀ ਤੇ ਹੁੰਦਾ। ਇਹ ਐਂਗਲ ਆਫ ਇਨਸੀਡੈਂਸ ਹੈ ਵੀ, ਇਹਨੂੰ ਪੰਜਾਬੀ ਚ ਕਹਿੰਦੇ ਆਪਾਤੀ ਕੋਣ। ਤਾਂ ਇਹ ਜਿਹੜੀ ਲਾਈਟ ਹੈ ਇਹਦੇ ਉੱਪਰ ਪੈ ਰਹੀ ਹੈ, ਇਹਨੂੰ ਵੀ ਅਸੀਂ ਕੀ ਬੋਲਦੇ ਹਾਂ, ਇੰਸੀਡੈਂਟ ਰੇ। ਇਹ ਨਾਰਮਲ ਹੁੰਦਾ, ਇਹਨੂੰ ਪੰਜਾਬੀ ਚ ਕਹਿੰਦੇ ਆਪਾਂ ਲੰਬ। ਇੰਸੀਡੈਂਟ ਰੇ ਨੂੰ ਕੀ ਬੋਲਿਆ ਜਾਂਦਾ, ਆਪਾਤੀ ਕਿਰਨ। ਇੰਸੀਡੈਂਟ ਕਰਦੇ ਆ ਆਈ ਕੋਣ ਤੇ, ਆਈ ਐਂਗਲ ਤੇ, ਇਹ ਵਾਲਾ। ਇਹ ਕਿਹੜੇ ਮੀਡੀਅਮ ਚ ਸਾਡੇ ਕੋਲ ਜਿਹੜਾ ਕਿਹੜਾ ਮਾਧਿਅਮ ਹੈ ਜਿੱਥੇ ਬਣਿਆ ਹੋਇਆ ਰੇਅਰ। ਰੇਅਰ ਮੀਨਸ ਬਿਰਲਾ, ਯਾਨੀ ਕਿ ਹਵਾ ਦੇ ਵਿੱਚ। ਜਦੋਂ ਪ੍ਰਿਜ਼ਮ ਦੇ ਥਰੂ ਪਾਸ ਕਰੂ ਤਾਂ ਇਹਨੇ ਐਂਗਲ ਆਫ ਰਿਫਰੈਕਸ਼ਨ, ਯਾਨੀ ਕਿ ਜਿਹੜਾ ਕੋਣ ਹੈ ਪਰਿਵਰਤਿਤ ਕੋਣ, ਅਪਵਰਤਿਤ ਕੋਣ, ਤਾਂ ਉਹ R ਬਣਾ ਲੈਣਾ। ਇੱਥੇ ਵੀ R ਬਣੂ, ਇੱਥੇ ਵੀ ਜਦੋਂ ਲਾਈਟ ਹੋਊਗੀ ਜਿਹੜੀ ਇਸ ਸਰਫੇਸ ਤੇ ਵੀ ਕੀ ਬਣਾਊਗੀ, R। ਕਾਰਨ ਕੀ ਹੈ ਵੀ ਇੱਥੇ ਵੀ ਮੀਡੀਅਮ ਤੁਹਾਡਾ ਗਲਾਸ ਹੀ ਹੈ, ਮਾਧਿਅਮ, ਇੱਥੇ ਵੀ ਕੀ ਹੈਗਾ, ਗਲਾਸ, ਤਾਂ ਕਰਕੇ ਇਹ ਵਾਲੇ ਐਂਗਲ ਕੀ ਹੋਣਗੇ, ਸੇਮ ਹੋਣਗੇ। ਜਦੋਂ ਫਿਰ ਦੁਬਾਰਾ ਇਹ ਰੇਅਰ ਮੀਡੀਅਮ 'ਚ ਜਾਊਗੀ ਤਾਂ ਫਿਰ ਇਹ ਕੀ ਹੋ ਜੂਗੀ, ਨਾਰਮਲ ਤੋਂ ਥੋੜਾ ਅਵੇ ਬੈਂਡ ਹੋ ਜੂਗੀ। ਤੁਸੀਂ ਇੱਕ ਕਨਸੈਪਟ ਧਿਆਨ 'ਚ ਰੱਖਣਾ, ਇਹ ਸਲੈਬ ਹੈ, ਇਹ ਕੀ ਸਾਡੇ ਕੋਲ ਨਾਰਮਲ, ਜਦੋਂ ਸਾਡੀ ਲਾਈਟ ਇੱਕ ਰੇਅਰ ਯਾਨੀ ਕਿ ਬਿਰਲੇ ਤੋਂ ਸੰਘਣੇ ਮਾਧਿਅਮ 'ਚ ਜਾਂਦੀ ਹੈ, ਰੇਅਰ ਤੋਂ ਡੈਂਸਰ ਵੱਲ, ਤਾਂ ਕੀ ਹੁੰਦਾ, ਉਹ ਲਾਈਟ ਨਾਰਮਲ ਦੇ ਵੱਲ ਝੁਕ ਜਾਂਦੀ ਹੈ ਥੋੜੀ ਜਿਹੀ। ਜਦੋਂ ਇਹੀ ਲਾਈਟ ਡੈਂਸਰ ਤੋਂ ਦੁਬਾਰਾ ਰੇਅਰ 'ਚ ਐਂਟਰੀ ਕਰੂ ਤੇ ਨਾਰਮਲ ਤੋਂ ਕੀ ਹੋ ਜੂ, ਥੋੜੀ ਪਰੇ ਵੱਲ ਬੈਂਡ ਹੋ ਜੂਗੀ। ਰੇਅਰ ਤੋਂ ਡੈਂਸਰ ਜਾਊ, ਫਿਰ ਤਾਂ ਕਿਉਂ ਸਾਡੀ ਲਾਈਟ ਜਿਹੜੀ ਰੇਅਰ ਤੋਂ ਡੈਂਸਰ ਤੇ ਨਾਰਮਲ ਦੇ ਵੱਲ ਝੁਕਦੀ ਹਮੇਸ਼ਾ। ਜਦੋਂ ਲਾਈਟ ਇਹ ਡੈਂਸਰ ਯਾਨੀ ਕਿ ਸੰਘਣੇ ਤੋਂ ਬਿਰਲੇ ਵੱਲ ਜਾਊ, ਫਿਰ ਇਹ ਨਾਰਮਲ ਤੋਂ ਥੋੜੀ ਕੀ ਹੋ ਜਾਂਦੀ ਹੈ, ਪਰੇ ਹੋ ਜਾਂਦੀ ਹੈ। ਪਰ ਇਹ ਧਿਆਨ ਰੱਖਿਓ, ਇੱਥੇ ਵੀ ਰੇਅਰ ਮੀਡੀਅਮ ਹੈ, ਇੱਥੇ ਵੀ ਰੇਅਰ ਹੈ, ਤਾਂ ਇਹ ਵਾਲਾ ਕੋਣ ਤੇ ਇਹ ਵਾਲਾ ਹਮੇਸ਼ਾ ਕੀ ਰਹਿਣਗੇ, ਇਕੁਅਲ ਰਹਿਣਗੇ, ਬਰਾਬਰ ਰਹਿਣਗੇ। ਤੁਹਾਨੂੰ ਪੁੱਛਿਆ ਜਾਂਦਾ ਹੁੰਦਾ ਵੀ ਇਹਦੇ ਵਿੱਚ ਮੇਨ ਚੀਜ਼ ਜਿਹੜੀ, ਇਹਨੂੰ ਐਂਗਲ E ਵੀ ਕਹਿ ਦਿੰਦੇ, ਇਹਨੂੰ I, ਇਹ A। ਪਹਿਲਾਂ ਤਾਂ A ਕੀ ਹੈ, ਇਹ ਪੇਪਰ 'ਚ ਡਾਇਗਰਾਮ ਬਣਿਆ ਆ ਗਿਆ, ਤੁਹਾਨੂੰ ਪੁੱਛਿਆ ਵੀ ਐਂਗਲ ਆਫ ਪ੍ਰਿਜ਼ਮ ਕੀ ਹੈ, ਪ੍ਰਿਜ਼ਮ ਦਾ ਕੋਣ ਦੱਸੋ, ਤਾਂ ਉਹ ਕੀ ਹੋਊਗਾ, ਇਹ ਵਾਲਾ। ਇਹਨੂੰ ਕੀ ਬੋਲਾਂਗੇ ਆਪਾਂ, ਐਂਗਲ ਆਫ ਪ੍ਰਿਜ਼ਮ, ਯਾਨੀ ਕਿ ਪ੍ਰਿਜ਼ਮ ਦਾ ਕੋਣ। I ਕੀ ਹੈ, ਇੰਸੀਡੈਂਟ ਜਿਹੜਾ ਕੋਣ, ਆਪਾਤੀ ਕੋਣ। ਇਹ ਅਪਵਰਤਿਤ ਕੋਣ ਆ ਗਿਆ, ਐਂਗਲ ਆਫ ਰਿਫਰੈਕਸ਼ਨ।
ਇਹ ਐਂਗਲਸ ਦੀ ਇਨਫੋਰਮੇਸ਼ਨ ਹੋਣੀ ਆਪਣੀ ਜ਼ਰੂਰੀ ਹੈ ਕਿ ਇਸ ਡਾਇਗਰਾਮ ਨਾਲ ਰਿਲੇਟਡ ਐਂਗਲ ਹੀ ਪੁੱਛਿਆ ਜਾ ਸਕਦਾ। ਇਹ ਵਾਲਾ ਕੋਣ ਕਿਹੜਾ ਹੈਗਾ E, ਜਿਹੜਾ I ਦੇ ਇਕੁਅਲ ਹੀ ਹੋਊਗਾ। I ਤੇ E ਦੋਨੋਂ ਬਰਾਬਰ ਹੁੰਦੇ ਨੇ, ਇਹਨੂੰ ਕਹਿੰਦੇ ਆਪਾਂ ਐਂਗਲ ਆਫ ਇਮਰਜੈਂਸ। ਮਤਲਬ ਉਹ ਲਾਈਟ ਉਹਦੇ ਵਿੱਚ ਕਿੰਨੀ ਕੁ ਮਰਜ ਹੋਈ, ਕਿੰਨੀ ਕੁ ਐਂਟਰ ਹੋਈ, ਕਿੰਨੀ ਕੁ ਦਾਖਲ ਹੋਈ। ਇਹਨੂੰ I ਵੀ ਬੋਲਿਆ ਜਾ ਸਕਦਾ, ਕੋਈ ਪ੍ਰੋਬਲਮ ਨਹੀਂ। ਹੁਣ ਦੇਖੋ ਲਾਈਟ ਆਪਣੀ ਜੇ ਦੇਖੀਏ ਆਪਾਂ ਇਹ ਇਸ ਤਰ੍ਹਾਂ ਜਾਣੀ ਚਾਹੀਦੀ ਸੀ ਇਸ ਡਾਇਰੈਕਸ਼ਨ ਦੇ ਵਿੱਚ, ਬਟ ਉਹ ਬੈਂਡ ਹੋ ਗਈ ਨਾ। ਜਦੋਂ ਇਹਨੂੰ ਪਿੱਛੇ ਨੂੰ ਤੁਸੀਂ ਇਨਕਰੀਜ਼ ਕਰੋਗੇ ਤੇ ਤੁਹਾਨੂੰ ਇਹ ਪਤਾ ਲੱਗੂ ਕਿ ਐਂਗਲ ਕਿੰਨਾ ਫਰਕ ਪੈ ਗਿਆ ਜਦੋਂ ਲਾਈਟ ਸਿੱਧੀ ਜਾ ਰਹੀ ਸੀ ਤੇ ਕਿੰਨੇ ਐਂਗਲ ਤੇ ਉਹ ਬੈਂਡ ਹੋ ਗਈ। ਅਸੀਂ ਐਂਗਲ ਚੈੱਕ ਕਰ ਲਾਂਗੇ ਵੀ ਕਿੰਨੇ ਐਂਗਲ ਤੇ ਬੈਂਡ ਹੋ ਚੁੱਕੀ ਹੈ, ਜਾਂ ਲਾਈਟ ਆਪਣੇ ਰਸਤੇ ਤੋਂ ਜਾਂਦੀ ਜਾਂਦੀ ਕਿੰਨਾ ਡੈਵੀਏਟ ਹੋ ਗਈ। ਤਾਂ ਇਹ ਕੀ ਹੋਊਗਾ, ਡੀ ਨੂੰ ਕੀ ਕਹੋਗੇ, ਐਂਗਲ ਆਫ ਡੈਵੀਏਸ਼ਨ। ਇਹਨੂੰ ਅਸੀਂ ਬੋਲਾਂਗੇ ਐਂਗਲ ਆਫ ਡੈਵੀਏਸ਼ਨ। ਇਸ ਤਰ੍ਹਾਂ ਤੁਹਾਡੇ ਕੋਲ ਇਹ ਮੇਨ ਪਾਰਟ ਨੇ ਇਹਦੇ ਵਿੱਚ, ਕਿਹੜੇ ਵਾਲੇ ਕੀ ਆ ਗਿਆ, ਐਂਗਲ ਆਫ ਇੰਸੀਡੈਂਸ, ਐਂਗਲ ਆਫ ਰਿਫਲੈਕਸ਼ਨ। ਇਹ ਤੁਹਾਡਾ ਐਂਗਲ ਪ੍ਰਿਜ਼ਮ ਦਾ ਆ ਗਿਆ, ਪ੍ਰਿਜ਼ਮ ਦਾ ਕੋਣ, ਇਹ ਇੰਸੀਡੈਂਟ ਆ ਗਿਆ, ਤੇ ਤੁਹਾਡਾ ਡੈਵੀਏਸ਼ਨ ਕਿੰਨੇ ਤੇ ਕਿੰਨੇ ਐਂਗਲ ਤੇ ਉਹ ਡੈਵੀਏਟ ਹੋਊਗੀ ਆਪਣੇ ਸਹੀ ਰਸਤੇ ਤੋਂ। ਇਹ ਤੁਹਾਡੀ ਐਂਗਲਸ ਦੀ ਇਨਫੋਰਮੇਸ਼ਨ ਹੈ, ਇਹਨੂੰ ਧਿਆਨ 'ਚ ਰੱਖਣਾ ਪਊ, ਕਿਉਂਕਿ ਆਪਾਂ ਨੂੰ ਆਬਜੈਕਟਿਵ ਦੇ ਵਿੱਚ ਡਾਇਗਰਾਮ ਦੇ ਰਿਗਾਰਡਿੰਗ ਬਣਾ ਕੇ ਪੁੱਛ ਸਕਦੇ, ਇਹ 'ਚੋਂ ਕੁਛ ਰਿਪੀਟ ਕਰਵਾ ਸਕਦੇ। ਇਫ ਯੂ ਹੈਵ ਐਨੀ ਡਾਊਟ ਹੋ ਗਈ। ਹੁਣ ਆਪਾਂ ਨੈਕਸਟ ਸਲਾਈਡ, ਐਟਮੋਸਫੀਅਰ ਰਿਫਲੈਕਸ਼ਨ। ਕੁਛ ਕੁ ਨਾ ਤੁਹਾਨੂੰ ਸਪੇਸ ਦੇ ਵਿੱਚ ਕੁਝ ਫਿਨੋਮੇਨਾ ਦੇਖਣ ਨੂੰ ਮਿਲਦੇ ਨੇ ਜਿਹੜੇ ਲਾਈਟ ਦੀ ਰਿਫਲੈਕਸ਼ਨ ਦੇ ਕਾਰਨ ਤੁਹਾਨੂੰ ਵਿਜ਼ੀਬਲ ਹੋਣਗੇ। ਇਹ ਸੂਰਜ ਜਿਹੜਾ ਉਸ ਨੂੰ ਥੋੜਾ ਐਡਵਾਂਸ ਦੇ ਵਿੱਚ ਹੀ ਦਿਸਣ ਲੱਗ ਜਾਂਦਾ ਹੈ, ਤੇ ਡਿਲੇ ਕੀ ਹੁੰਦਾ ਹੈਗਾ, ਸਨ ਜਿਹੜਾ ਉਹ ਸੈੱਟ ਹੁੰਦਾ, ਯਾਨੀ ਕਿ ਸ਼ਿਪ ਦਾ ਥੋੜਾ ਦੇਰ ਨਾਲ ਹੈ। ਉਹ ਬੱਚੇ ਐਂਗਲ ਆਫ ਡੈਵੀਏਸ਼ਨ ਗੁਰਨੂਰ ਰਿਪੀਟ ਕਰ ਦਿੰਦੇ, ਕੋਈ ਗੱਲ ਨਹੀਂ। ਦੇਖੋ ਜਿਹੜੀ ਆਪਣੀ ਲਾਈਟ ਹੈ ਉਹ ਆ ਰਸਤਾ ਫੋਲੋ ਕਰਨਾ ਸੀ ਉਹਨੇ, ਬਟ ਉਹ ਇੱਧਰ ਬੈਂਡ ਹੋ ਗਈ ਨਾ, ਵੀ ਆਪਣੇ ਸਹੀ ਰਸਤੇ ਤੇ ਜਾਂਦੀ ਜਾਂਦੀ ਕਿੰਨੇ ਐਂਗਲ ਤੇ ਬੈਂਡ ਹੋ ਗਈ। ਇਹਨੂੰ ਅਸੀਂ ਬੈਕ ਰੀਪਰੋਡਿਊਸ ਕਰਕੇ ਦੇਖਾਂਗੇ। ਇਹ ਐਂਗਲ ਆਫ ਡੈਵੀਏਸ਼ਨ ਹੁੰਦੀ, ਵੀ ਆਪਣੇ ਸਹੀ ਰਸਤੇ ਤੋਂ ਲਾਈਟ ਜਿਹੜੀ ਜਾ ਰਹੀ ਸੀ ਇੱਥੇ ਉਹ ਕਿੰਨਾ ਝੁਕ ਗਈ, ਕਿੰਨਾ ਇੱਥੋਂ ਬੈਂਡ ਕਿੰਨਾ ਹੋ ਗਈ, ਉਸ ਐਂਗਲ ਨੂੰ ਕਹਿੰਦੇ ਆ। ਜਿਹੜਾ ਐਂਗਲ ਆਫ ਇਨਸੀਡੈਂਸ ਹੈ ਨਾ ਉਹ ਮੀਡੀਅਮ ਸੇਮ ਰਹਿੰਦਾ, ਪੀ ਇੱਕ ਪੁਆਇੰਟ ਹੈ ਵੀ ਜਿਹੜਾ ਅਸੀਂ ਇਸ ਨੂੰ ਦੇਤਾ, ਜਿੱਦਾਂ ਅਸੀਂ ਇਹ ਕਿਊ ਪੁਆਇੰਟ ਹੈ ਇਹਨੂੰ ਅਸੀਂ ਜਿਵੇਂ ਉਹ ਕਹਿਤਾ, ਇੱਥੇ ਅਸੀਂ ਹੋਰ ਨਾਂ ਰੱਖ ਸਕਦੇ ਹਾਂ ਨਾ ਆਰ ਐਸ। ਇਹ ਤਾਂ ਬੱਚੇ ਨੇਮਸ ਨੇਗੇ, ਇਹਨਾਂ ਤੇ ਨਾ ਧਿਆਨ ਦਿਓ, ਸਿਰਫ ਐਂਗਲ ਤੇ ਦੇਖ ਲਓ ਕੋਨਾਂ ਜਿਹੜੀ ਕੋਣ ਬਣੇ ਹੋਏ ਆਪਣੇ ਕੋਲ। ਲੋ ਹੁਣ ਆਪਾਂ ਸਟੱਡੀ ਕਰਦੇ ਹਾਂ ਵੀ ਸੂਰਜ ਜਿਹੜਾ ਉਹ ਸਾਨੂੰ ਚੜ੍ਹਨ ਤੋਂ ਪਹਿਲਾਂ ਹੀ ਕਿਉਂ ਦਿਖਾਈ ਦੇਣ ਲੱਗੇ, ਮਤਲਬ ਸਹੀ ਪੋਜੀਸ਼ਨ ਕਿਤੇ ਹੋਰ ਹੁੰਦੀ ਹੈ, ਦਿਸਣ ਪਹਿਲਾਂ ਲੱਗ ਜਾਂਦਾ। ਇਹਨੂੰ ਅਸੀਂ ਕਹਿੰਦੇ ਆ ਵੀ ਬਾਜੂਮੰਡਲ, ਪੰਜਾਬੀ ਇਹ ਤਾਂ ਇੰਗਲਿਸ਼ ਤਾਂ ਕਹਿੰਦੇ ਐਟਮੋਸਫੀਅਰ
रिफ्लैक्शन पंजाबी च बोलांगे असीं भी बाजूमंडल अपवर्तन। ਤਾਂ ਇਹਦੇ ਵਿੱਚ ਕੀ ਹੈ ਵੀ ਐਡਵਾਂਸ ਦੇ ਵਿੱਚ ਤਾਂ ਵੀ ਸੂਰਜ ਜਿਹੜਾ ਥੋੜਾ ਸਾਨੂੰ ਪਹਿਲਾਂ ਦਿਸਣ ਲੱਗ ਜਾਂਦਾ ਹੈ ਚੜ੍ਹਨ ਤੋਂ। ਡਿਲੇ ਸਨਰਾਈਜ਼ ਸਨਸੈਟ ਕਹਿ ਸਕਦੇ ਵੀ ਬਾਈ ਮਿਸਟੇਕ ਐਡਵਾਂਸ ਦੇ ਵਿੱਚ ਤਾਂ ਸੂਰਜ ਦਿਸਣ ਲੱਗ ਜਾਂਦਾ। ਡਿਲੇ ਕੀ ਹੁੰਦਾ ਜਿਹੜਾ ਸਨ ਇੱਥੇ ਨਾ ਸੈੱਟ ਆਊਗਾ ਸਨਸੈਟ ਯਾਨੀ ਕਿ ਸਨ ਹੈ ਜਿਹੜਾ ਸੂਰਜ ਛਿਪਦਾ ਤਾਂ ਥੋੜਾ ਲੇਟ ਹੈ ਟਾਈਮ ਤੋਂ ਤੇ ਜਿਹੜਾ ਚੜ੍ਹਦਾ ਉਹ ਥੋੜਾ ਐਡਵਾਂਸ ਹੈ। ਉਹਦਾ ਕਾਰਨ ਕੀ ਹੈਗਾ ਦੇਖੋ ਸੂਰਜ ਦੀ ਇਹ ਵਾਲੀ ਪੋਜੀਸ਼ਨ ਹੋਊਗੀ ਫਸਟ ਇੱਥੇ ਅਰਥ ਦੇ ਉੱਪਰ ਆਪਾਂ ਖੁਦ ਜਿਹੜਾ ਇੱਕ ਇਨਸਾਨ ਉਹ ਰੁਕਿਆ ਹੋਏਗਾ ਜਦੋਂ ਉਹ ਵਾਚ ਕਰੂਗਾ ਸੂਰਜ ਨੂੰ ਤਾਂ ਕਿ ਉਹ ਤੋਂ ਰੇ ਜਿਹੜੀ ਰੇ ਆਫ ਲਾਈਟ ਉਹ ਚੱਲੂਗੀ। ਸਾਨੂੰ ਪਤਾ ਵੀ ਇੱਥੇ ਜਿਹੜੀ ਸਾਡੀ ਐਟਮੋਸਫੀਅਰ ਹੈ ਉੱਥੇ ਏਅਰ ਹੈ ਹਵਾ ਉਹ ਇੱਕ ਸੰਘਣਾ ਮਾਧਿਅਮ ਹੈ ਯਾਨੀ ਕਿ ਡੈਂਸਰ ਮੀਡੀਅਮ ਹੈ। ਡੈਂਸਰ ਮੀਡੀਅਮ ਹੋਣ ਕਰਕੇ ਜਦੋਂ ਲਾਈਟ ਦੀ ਐਂਟਰੀ ਇੱਕ ਰੇਅਰ ਇੱਥੇ ਰੇਅਰ ਹੈ ਸਪੇਸ ਦੇ ਵਿੱਚ ਕੋਈ ਕੁਛ ਨਹੀਂ ਹੈਗਾ ਡਸਟ ਪਾਰਟੀਕਲ ਨਾ ਏਅਰ ਤਾਂ ਉਹਦੇ ਕਾਰਨ ਕੀ ਹੁੰਦਾ ਜਦੋਂ ਰੇਅਰ ਤੋਂ ਡੈਂਸਰ ਮੀਡੀਅਮ ਯਾਨੀ ਕਿ ਬਿਰਲੇ ਤੋਂ ਸੰਘਣੇ ਮਾਧਿਅਮ ਵਿੱਚ ਐਂਟਰ ਹੋ ਤਾਂ ਇਹ ਲਾਈਟ ਨੇ ਕੀ ਕਰਨਾ ਹੈਗਾ ਨੋਰਮਲ ਦੇ ਵੱਲ ਇਹ ਨੋਰਮਲ ਹੈ ਨੋਰਮਲ ਵੱਲ ਬੈਂਡ ਹੋ ਜਾਂਦਾ ਬੈਂਡ ਹੋ ਕੇ ਤੁਹਾਡੀ ਆਈਸ ਤੱਕ ਆ ਜੂ ਬਟ ਇਹਦੀ ਤੁਹਾਨੂੰ ਇਮੇਜ ਨਹੀਂ ਦਿਸੂ। ਇਮੇਜ ਕਿਦੋਂ ਬਣਦੀ ਹੈ ਵੀ ਜਦੋਂ ਕੁਛ ਰੇਜ਼ ਆਪਸ ਵਿੱਚ ਕੀ ਕਰ ਜਾਣ ਮੀਟ ਕਰ ਜਾਣ ਫਿਰ ਇਮੇਜ ਬਣਦੀ ਹੈ। ਹੁਣ ਸੂਰਜ ਦੀ ਲਾਈਟ ਹੈ ਉਹ ਇੱਕ ਡਾਇਰੈਕਸ਼ਨ 'ਚ ਤਾਂ ਜਾਣੀ ਨਹੀਂ ਉਹ ਸਾਰੀਆਂ ਡਾਇਰੈਕਸ਼ਨਾਂ 'ਚ ਜਾਊਗੀ। ਤਾਂ ਜਦੋਂ ਅਸੀਂ ਇਹਨੂੰ ਕੀ ਕਰਾਂਗੇ ਇਸ ਲਾਈਟ ਨੂੰ ਇੱਥੋਂ ਪਿੱਛੇ ਵੱਲ ਇਧਰ ਵਧਾਵਾਂਗੇ ਇਹਨੂੰ ਅਸੀਂ ਬੈਕ ਰੀਪਰੋਡਿਊਸ ਕਰਾਂਗੇ ਤਾਂ ਉਹ ਇੱਥੇ ਜਾ ਕੇ ਮੀਟ ਕਰਨੀ ਹੈ ਯਾਨੀ ਕਿ ਸੂਰਜ ਦੀ ਪੋਜੀਸ਼ਨ ਤਾਂ ਇਹ ਵਾਲੀ ਹੁੰਦੀ ਹੈ ਪਰ ਮੀਡੀਅਮ ਚੇਂਜ ਹੋਣ ਕਰਕੇ ਲਾਈਟ ਦਾ ਰੇਅਰ ਤੋਂ ਡੈਂਸ ਹੋਣ ਕਰਕੇ ਜਿਹੜੀ ਅਪੀਅਰਡ ਪੋਜੀਸ਼ਨ ਤੁਹਾਨੂੰ ਕਿਹੜੀ ਦਿਸਦੀ ਹੈ ਇਹ ਵਾਲੀ। ਤਾਂ ਸਿੰਪਲ ਤੁਹਾਨੂੰ ਪੇਪਰ 'ਚ ਰੀਜਨ ਪੁੱਛਿਆ ਤਾਂ ਤੁਸੀਂ ਇੱਕੋ ਹੀ ਆਨਸਰ ਦੇਣਾ ਵੀ ਡਿਊ ਟੂ ਐਟਮੋਸਫੀਅਰ ਰਿਫਲੈਕਸ਼ਨ ਯਾਨੀ ਕਿ ਵਾਯੂਮੰਡਲ ਅਪਵਰਤਨ ਕਾਰਨ ਸੂਰਜ ਜਿਹੜਾ ਉਹ ਚੜ੍ਹਨ ਤੋਂ ਸਾਨੂੰ ਥੋੜਾ ਸਮਾਂ ਪਹਿਲਾਂ ਦਿਖਾਈ ਦੇਣ ਲੱਗੀ। ਸੇਮ ਕਨਸੈਪਟ ਤੁਹਾਡਾ ਛਿਪਣ ਦਾ ਹੁੰਦਾ ਉਲਟਾ ਜਦੋਂ ਛਿਪੂਗਾ ਉਦੋਂ ਵੀ ਇਹੀ ਫੰਡਾ ਹੋਊਗਾ ਜਿਹੜਾ ਸੂਰਜ ਹੈ ਹੋਊਗਾ ਤਾਂ ਇਸ ਪੋਜੀਸ਼ਨ ਤੇ ਬਟ ਛਿਪ ਚੁੱਕਿਆ ਹੋਊਗਾ ਤਾਂ ਸਨਸੈਟ ਹੋ ਗਿਆ ਹੋਊਗਾ ਬਟ ਜਦੋਂ ਇਹੀ ਐਟਮੋਸਫੀਅਰ ਦੇ ਥਰੂ ਦੁਬਾਰਾ ਲਾਈਟ ਪਾਸ ਕਰੂ ਤਾਂ ਇਹਨੇ ਫਿਰ ਨਾਰਮਲ ਵੱਲ ਬੈਂਡ ਹੋ ਜਾਣਾ ਇਹਨੂੰ ਪਿੱਛੇ ਵੱਲ ਤੁਸੀਂ ਵਧਾਓਗੇ ਰੇਜ਼ ਮੀਟ ਕਰਨਗੀਆਂ ਤਾਂ ਇਹ ਸੂਰਜ ਦੀ ਜਿਹੜੀ ਤੁਹਾਨੂੰ ਪੋਜੀਸ਼ਨ ਹੈ ਉਹ ਸੈਕੰਡ ਇਹ ਵਾਲੀ ਦਿਸੂਗੀ ਐਕਚੁਅਲ ਪੋਜੀਸ਼ਨ ਤਾਂ ਇਹ ਹੋ ਪਰ ਅਪੀਅਰਡ ਸਾਨੂੰ ਦਿਸੂ ਕਿਹੜੀ ਇਹ ਵਾਲੀ। ਇਹ ਕਾਰਨ ਹੈ ਵੀ ਸੂਰਜ ਚੜ੍ਹਨ ਤੋਂ ਥੋੜਾ ਸਮਾਂ ਪਹਿਲਾਂ ਦਿਸਣ ਲੱਗ ਜਾਂਦਾ ਆਪਾਂ ਨੂੰ ਤੇ ਛਿਪਣ ਤੋਂ ਬਾਅਦ ਕੁਛ ਟਾਈਮ ਆਪਾਂ ਨੂੰ ਉਹ ਵਿਜ਼ੀਬਲ ਰਹਿੰਦਾ। ਦੱਸੋ ਬੱਚੇ ਕਲੀਅਰ। नेक्स्ट अगला टॉपिक अपने को ਜਿਹੜੇ ਸਕਾਈ ਦੇ ਵਿੱਚ ਤੁਸੀਂ ਦੇਖਦੇ ਹੋਗੇ ਸਟਾਰ ਉਹ ਟਵਿੰਕਲਿੰਗ ਕਿਉਂ ਕਰਦੇ ਆ ਯਾਨੀ ਕਿ ਤਾਰੇ ਜਿਹੜੇ ਉਹ ਕਿਉਂ ਚਮਕਦੇ ਨੇ। ਇੱਥੇ ਸਾਡਾ ਕਨਸੈਪਟ ਜਿਹੜਾ ਉਹ ਕੀ ਹੈਗਾ ਟਵਿੰਕਲਿੰਗ ਆਫ ਸਟਾਰਸ ਯਾਨੀ ਕਿ ਜਿਹੜੇ ਸਟਾਰ ਨੇ ਉਹ ਕਿਉਂ
ਪੰਜਾਬੀ ਚ ਇਹਨੂੰ ਕੀ ਕਹਿੰਦੇ ਵੀ ਆਪਾਂ, ਵੀ ਤਾਰੇ ਜਿਹੜੇ ਉਹ ਟਿਮਟਿਮਾਉਂਦੇ ਕਿਉਂ ਹਨ, ਇਹ ਪੁੱਛਿਆ ਗਿਆ। ਤਾਂ ਉਹਦਾ ਕਾਰਨ ਕੀ ਹੋਊਗਾ? ਦੇਖੋ ਧਰਤੀ ਦਾ ਜਿਹੜਾ ਐਟਮੋਸਫੀਅਰ ਹੈ ਸਾਨੂੰ ਮਿਲਦਾ ਹੈਗਾ, ਉੱਥੇ ਜਿੰਨੀਆਂ ਵੀ ਲੇਅਰਸ ਨੇ ਏਅਰ ਦੀਆਂ, ਇੱਥੇ ਅਰਥ ਹੈ, ਧਰਤੀ, ਇੱਕ ਸਟਾਰ ਹੈ ਜਿਹੜਾ ਜਦੋਂ ਦੀ ਲਾਈਟ ਐਂਟਰ ਹੁੰਦੀ ਹੈ ਐਟਮੋਸਫੀਅਰ ਦੇ ਵਿੱਚ, ਤਾਂ ਉੱਥੇ ਹਰੇਕ ਜਿਹੜੀ ਹਵਾ ਦੀ ਤਹਿ ਹੈ, ਲੇਅਰ ਹੈ, ਉਹ ਕੋਈ ਸੰਘਣੀ ਹੈ ਤੇ ਕੋਈ ਵਿਰਲੀ ਹੈ, ਯਾਨੀ ਕਿ ਕਿਤੇ ਮੀਡੀਅਮ ਆਪਣਾ ਰੇਅਰ ਹੈ ਤੇ ਕਿਤੇ ਡੈਂਸਰ ਹੈ। ਰੇਅਰ ਤੇ ਡੈਂਸਰ ਚੱਲਦਾ ਜਿਹੜਾ, ਉਹਦੇ ਵਿੱਚ ਕੀ ਹੁੰਦਾ ਗਾ, ਲਾਈਟ ਦੀ ਸਪੀਡ ਉਹ ਕਿਤੇ ਫਾਸਟ ਹੋ ਜਾਂਦੀ, ਕਿਤੇ ਸਲੋ, ਫਾਸਟ ਕਿਤੇ ਸਲੋ। ਇਸ ਤਰ੍ਹਾਂ ਕਰਨ ਕਰਕੇ ਜਿਹੜੀ ਤੁਹਾਡੇ ਤੱਕ ਲਾਈਟ ਪਹੁੰਚ ਰਹੀ ਹੈ, ਉਹਦੀ ਸਪੀਡ ਹੈ ਜਿਹੜੀ ਲਾਈਟ ਦੀ, ਉਹ ਕਦੇ ਫਾਸਟ ਹੋ ਜਾਂਦੀ ਹੈ ਤੇ ਕਦੇ ਸਲੋ ਹੋ ਜਾਂਦੀ ਹੈ। ਯਾਨੀ ਕਿ ਤੇਜ਼ ਤੇ ਹੌਲੀ ਹੋਣ ਦੇ ਕਾਰਨ ਸਾਨੂੰ ਇਹ ਲੱਗਦਾ ਵੀ ਜਿਹੜੀ ਰੌਸ਼ਨੀ ਹੈ ਉਹ ਰੁਕ ਰੁਕ ਕੇ ਆ ਰਹੀ ਹੈ, ਜਿਵੇਂ ਜਾਣੀ ਕਿ ਸਾਨੂੰ ਸਟਾਰ ਹੈ ਉਹ ਕੀ ਮਿਲ ਰਿਹਾ ਹੈਗਾ, ਵੀ ਕੀ ਕਰ ਰਹੇ ਨੇ, ਉਹ ਟਵਿੰਕਲਿੰਗ ਕਰ ਰਹੇ, ਸਾਨੂੰ ਇਹ ਵਿਜ਼ਿਬਿਲਿਟੀ ਹੁੰਦੀ ਹੈ ਸਕਾਈ ਦੇ ਵਿੱਚ। ਹਾਂ, ਇਹ ਫਿਨੋਮੇਨਾ ਕਿਹੜਾ ਹੋ ਰਿਹਾ, ਜਿਹੜਾ ਸਟਾਰ ਟਵਿੰਕਲਿੰਗ ਕਰਦੇ ਨੇ ਜਿੰਨੇ ਵੀ ਸਕਾਈ ਦੇ ਵਿੱਚ ਤੁਹਾਨੂੰ ਮਿਲਦੇ ਦੇਖਣ ਨੂੰ, ਉਹਦਾ ਰੀਜ਼ਨ ਕੀ ਹੈਗਾ, ਐਟਮੋਸਫੀਅਰ ਰਿਫਰੈਕਸ਼ਨ, ਯਾਨੀ ਕਿ ਵਾਯੂਮੰਡਲੀ ਪਰਿਵਰਤਨ। ਦੇਖੋ ਕੋਈ ਕੰਸੈਪਟ ਇਹ 'ਚੋਂ ਰਿਪੀਟ ਕਰਨਾ, ਯਸ ਕਲੀਅਰ, ਵੀ ਤਾਰੇ ਕਿਉਂ ਟਿਮਟਿਮਾਉਂਦੇ ਆ, ਫਸਟ ਰੀਜ਼ਨ ਕੀ ਦੇਵੋਗੇ, ਵੀ ਜੇ ਤਾਂ ਫਿਨੋਮੇਨਾ ਪੁੱਛਿਆ ਤਾਂ ਆਨਸਰ ਤੁਹਾਡਾ ਕੀ ਹੋਣਾ ਚਾਹੀਦਾ, ਐਟਮੋਸਫੀਅਰ ਰਿਫਰੈਕਸ਼ਨ, ਯਾਨੀ ਕਿ ਵਾਯੂਮੰਡਲੀ ਪਰਿਵਰਤਨ। ਜੇ ਪੁੱਛਿਆ ਵੀ ਤੁਹਾਨੂੰ ਇਹਦਾ ਰੀਜ਼ਨ ਦੱਸੋ, ਜਿਵੇਂ ਅਸਰਸ਼ਨ ਤੇ ਰੀਜ਼ਨ ਬਣਾਉਂਦੇ ਹੁੰਦੇ ਕੰਸੈਪਟ ਤੇ ਉਹਦਾ ਕਾਰਨ, ਫਿਰ ਤੁਸੀਂ ਉੱਥੇ ਇਹ ਦੱਸਣਾ ਵੀ ਜਿਹੜੀਆਂ ਲੇਅਰਸ ਨੇ ਉਹਨਾਂ ਦਾ ਕੋਈ ਡੈਂਸਰ ਹੈ ਤੇ ਕੋਈ ਰੇਅਰ ਹੈ, ਕੋਈ ਸੰਘਣੀ ਹੈ ਤੇ ਕੋਈ ਬਿਰਲੀ ਹੈ, ਜਿਹਦੇ ਕਾਰਨ ਲਾਈਟ ਦੀ ਸਪੀਡ ਵੱਧਦੀ ਤੇ ਘਟਦੀ ਰਹਿਣ ਕਾਰਨ ਜਿਹੜਾ ਸਟਾਰ ਨੇ ਉਹ ਟਵਿੰਕਲਿੰਗ ਕਰ, ਜਿਹੜੇ ਡੈਂਸਰ ਤੇ ਰੇਅਰ ਆਪਾਂ ਕੰਸੈਪਟ ਐਕਸਪਲੇਨ ਕਰਦੇ ਹਾਂ, ਇਹਦੇ ਲਈ ਵਰਤਿਆ ਜਾਂਦਾ ਹੁੰਦਾ ਵੀ ਰਿਫਰੈਕਟਿਵ ਜਿਹੜਾ ਇੰਡੈਕਸ, ਜਿਹਨੂੰ ਤੁਸੀਂ ਐਨ ਨਾਲ ਲਿਖਦੇ, ਇਹਨੂੰ ਇਹਦੀ ਮੈਜ਼ਰਮੈਂਟ ਜਿਹੜੀ ਉਹ ਇਹਦੇ ਵਿੱਚ ਦੱਸੀ ਜਾਂਦੀ ਹੈ ਰਿਫਰੈਕਟਿਵ ਇੰਡੈਕਸ ਦੀ ਫਾਰਮ 'ਚ। ਚਲੋ ਨੈਕਸਟ ਦੇਖੋ, ਇਸ ਤੋਂ ਬਾਅਦ ਅਗਲਾ ਪਾਰਟ ਆਪਣੇ ਕੋਲ ਟਿੰਡਲ ਇਫੈਕਟ ਤੇ ਸਕੈਟਰਿੰਗ ਆਫ ਲਾਈਟ। ਜਿਹੜਾ ਆਪਣਾ ਮੇਨ ਵੀ ਇਹਨੂੰ ਕਹਿੰਦੇ ਆਪਾਂ ਪ੍ਰਕਾਸ਼ ਦਾ ਖੰਡਿਆਓ, ਟਿੰਡਲ ਇਫੈਕਟ ਜਿਹੜਾ ਵੀ ਇਹਨੂੰ ਪੰਜਾਬੀ 'ਚ ਟਿੰਡਲ ਪ੍ਰਭਾਵ ਹੀ ਕਹਿੰਦੇ, ਕੋਈ ਬਹੁਤਾ ਡਿਫਰੈਂਟ ਨਹੀਂ ਹੈ। ਤਾਂ ਇਹਦੇ ਕਾਰਨ ਹੁੰਦਾ ਕੀ ਹੈ ਵੀ ਜਦੋਂ ਇੱਕ ਸੂਰਜ ਦੀ ਰੌਸ਼ਨੀ ਆਪਣੇ ਐਟਮੋਸਫੀਅਰ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਕੀ ਹੁੰਦਾ ਹੈ, ਇੱਕ ਜਿਹੜੇ ਉੱਥੇ ਡਸਟ ਪਾਰਟੀਕਲ ਉਹਦੇ ਵਿੱਚ ਜਿਹੜੇ ਧੂੜ ਕਣ, ਉਹਨਾਂ ਦੇ ਕਾਰਨ ਪ੍ਰਕਾਸ਼ ਜਿਹੜਾ ਉਹ ਕੀ ਹੋ ਜਾਂਦਾ ਹੈਗਾ, ਉਹ ਫੈਲ ਜਾਂਦਾ, ਉਹਦਾ ਪਾਥ ਹੈ ਜਿਹੜਾ ਸਾਨੂੰ ਆ ਦੇਖੋ ਜਿਵੇਂ ਪ੍ਰਕਾਸ਼ ਹੈ, ਇਹਦਾ ਪਾਥ ਸਾਨੂੰ ਵਿਜ਼ੀਬਲ ਹੋ ਰਿਹਾ ਵੀ ਕਿਵੇਂ ਆ ਰਿਹਾ। ਇਹਦਾ ਕਾਰਨ ਕੀ ਨੇ, ਸਾਡੀ ਹਵਾ ਵਿੱਚ ਮੌਜੂਦ ਡਸਟ ਪਾਰਟੀਕਲ, ਜਿਹਨੂੰ ਤੁਸੀਂ ਬੋਲ ਸਕਦੇ ਹੋਗੇ ਧੂੜ ਕਣ, ਜਿਹੜੇ ਮਿੱਟੀ ਦੇ ਆਪਾਂ ਨੂੰ ਮਿਲਦੇ ਆ ਦੇਖਣ ਨੂੰ, ਉਹਨਾਂ ਦੇ ਕਾਰਨ ਕੀ ਹੁੰਦਾ ਹੈਗਾ, ਜਿਹੜਾ ਪ੍ਰਕਾਸ਼ ਜਦੋਂ ਉਹਨਾਂ ਤੇ ਪੈਂਦਾ ਉਹ ਪ੍ਰਕਾਸ਼ ਕੀ ਹੋ ਜਾਂਦਾ ਹੈਗਾ, ਉਹ ਫੈਲ ਜਾਂਦਾ, ਜਿਹਦੇ ਕਾਰਨ ਆਪਾਂ ਨੂੰ ਕੀ ਹੁੰਦਾ ਹੈਗਾ, ਇਹ ਕਿਹੜੀ ਰੌਸ਼ਨੀ ਹੈ ਉਹਦਾ ਜਿਹੜਾ, ਇਹਨੂੰ ਕਨੋਪੀ ਵੀ ਕਹਿੰਦੇ, ਜਿਹੜੀ ਆਪਾਂ ਨੂੰ ਮਿਲਦੀ ਹੈਗੀ ਫੋਰੈਸਟਸ ਦੇ ਵਿੱਚ, ਜੰਗਲਾਂ ਦੇ ਵਿੱਚ ਦੇਖਣ ਨੂੰ, ਇਹਨੂੰ ਕਨੋਪੀ ਬੋਲਿਆ ਜਾਂਦਾ ਹੈ, ਜਾਂ ਤੁਸੀਂ ਇਹਨੂੰ ਕੀ ਕਹਿ ਸਕਦੇ ਹੋ, ਇਹ ਟਿੰਡਲ ਇਫੈਕਟ ਦੀ ਇੱਕ ਐਪਲੀਕੇਸ਼ਨ ਹੈ ਜਾਂ ਇੱਕ ਐਗਜ਼ਾਮਪਲ ਹੈਗੀ।
ਜਿਹਦੇ ਥਰੂ ਸਾਨੂੰ ਕਲੀਅਰ ਹੋ ਰਿਹਾ ਵੀ ਵਾਕਈ ਲਾਈਟ ਜਿਹੜੀ ਉਹ ਸਕੈਟਰ ਹੁੰਦੀ ਹੈ। ਪਰ ਇਹਨੂੰ ਸ਼ੋ ਕਿਵੇਂ ਕੀਤਾ ਜਾਂਦਾ, ਐਕਸਪਲੇਨ ਕਿਵੇਂ ਕੀਤਾ ਜਾਂਦਾ, ਵਿਦ ਦਾ ਹੈਲਪ ਆਫ ਟਿੰਡਲ ਇਫੈਕਟ। ਕਲੀਅਰ ਵੀ? ਦੱਸੋ ਬੱਚੇ, ਕਲੀਅਰ ਹੈ? ਫਿਰ ਆਪਾਂ ਨੈਕਸਟ ਟੌਪਿਕ ਵੱਲ ਵਧਦੇ ਹਾਂ। ਇਹ ਸਾਰਾ ਤੁਹਾਡਾ ਐਟਮੋਸਫੀਅਰ ਰਿਫਲੈਕਸ਼ਨ ਤੇ ਟਿਕੇ ਹੋਏ ਟੌਪਿਕ ਸਾਰੇ। ਓਕੇ ਵੀ ਗੁਰਦਾਸ ਅਮਨ ਠੀਕ ਹੈ ਬੱਚੇ, ਬਾਕੀਆਂ ਨੂੰ ਵੀ ਕਲੀਅਰ ਹੋ ਗਈ। ਚਲੋ ਆਪਾਂ ਨੈਕਸਟ ਸਲਾਈਡ ਦੇਖਦੇ ਹਾਂ। ਇੱਕ ਤੁਸੀਂ ਦੇਖਿਆ ਹੋਣਾ ਵੀ ਜਦੋਂ ਇੱਕ ਡਾਰਕ ਰੂਮ ਦੇ ਵਿੱਚ ਲਾਈਟ ਦੀ ਐਂਟਰੀ ਹੁੰਦੀ ਹੈ ਤਾਂ ਕੀ ਹੁੰਦਾ ਉੱਥੇ, ਉਹ ਸਾਨੂੰ ਉਹਦਾ ਪਾਥ ਜਿਹੜਾ ਉਹ ਵਿਜ਼ੀਬਲ ਹੋਣ ਲੱਗ ਜਾਂਦਾ ਲਾਈਟ ਦਾ। ਉਹਦਾ ਕਾਰਨ ਕੀ ਹੈ, ਕਿਉਂਕਿ ਉੱਥੇ ਜਿਹੜੇ ਡਸਟ ਪਾਰਟੀਕਲ ਹੈ ਉਹ ਲਾਈਟ ਨੂੰ ਕੀ ਕਰ ਦਿੰਦੇ ਨੇ, ਸਕੈਟਰ ਕਰ ਦਿੰਦੇ ਨੇ, ਹੰਡਿਆ ਦਿੰਦੇ ਨੇ, ਜਿਹਦੀ ਕਰਕੇ ਸਾਨੂੰ ਰੋਸ਼ਨੀ ਦਾ ਜਿਹੜਾ ਪਾਥ ਹੈ ਉਹ ਕੀ ਹੋਣ ਲੱਗ ਜਾਂਦਾ ਹੈਗਾ, ਵਿਜ਼ੀਬਲ ਹੋਣ ਲੱਗ ਜਾਂਦਾ। ਤਾਂ ਡਾਰਕ ਰੂਮ ਦੇ ਵਿੱਚ ਵੀ ਸੇਮ ਕੰਸੈਪਟ ਹੈ ਜਿਹੜਾ ਆਪਾਂ ਲਾਸਟ ਕੀਤਾ ਹੈਗਾ ਵੀ ਇੱਕ ਫਲੂਰੈਸੈਂਸ ਦੇ ਵਿੱਚ ਲਾਈਟ ਸਕੈਟਰ ਹੋ ਜਾਂਦੀ ਹੈ ਨਾ। ਇਸ ਤੋਂ ਬਾਅਦ ਅਗਲਾ ਕੰਸੈਪਟ ਵੀ ਇਹਦੇ ਨਾਲ ਬਿਲਕੁਲ ਮੈਚ ਹੀ ਕਰਦਾ ਹੈ। ਫਿਰ ਵੀ ਸਾਨੂੰ ਸਕਾਈ ਜਿਹੜੀ ਉਹ ਬਲੂ ਕਲਰ ਦੀ ਕਿਉਂ ਦਿਸਦੀ, ਹੋਰ ਕਲਰ ਕਿਉਂ ਨਹੀਂ ਮਿਲਦਾ ਸਾਨੂੰ? ਦੇਖੋ ਵਾਈਟ ਲਾਈਟ ਜਿਹੜੀ ਮਤਲਬ ਆਕਾਸ਼ ਜਿਹੜਾ ਉਹ ਨੀਲਾ ਕਿਉਂ ਦਿਖਾਈ ਦਿੰਦਾ, ਇਹਦਾ ਆਪਾਂ ਕਾਰਨ ਦੱਸਣਾ। ਜਿਹੜੀ ਸੂਰਜ ਦੀ ਰੋਸ਼ਨੀ ਹੈ ਜਦੋਂ ਐਟਮੋਸਫੀਅਰ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਉਹਦੇ ਵਿੱਚੋਂ ਜਿਹੜਾ ਬਲੂ ਕਲਰ, ਨੀਲਾ ਰੰਗ ਹੈ, ਉਹ ਸਭ ਤੋਂ ਵੱਧ ਸਕੈਟਰ ਹੁੰਦਾ ਹੈ, ਸਭ ਤੋਂ ਜ਼ਿਆਦਾ ਫੈਲਦਾ। ਇਹਦੇ ਕਾਰਨ ਹਵਾ ਵਿੱਚ ਮੌਜੂਦ ਡਸਟ ਪਾਰਟੀਕਲਸ ਦੇ ਕਾਰਨ, ਜਿਹਨੂੰ ਅਸੀਂ ਕਹਿੰਦੇ ਧੂੜ ਕਣ ਦੇ ਕਾਰਨ ਪ੍ਰਕਾਸ਼ ਦੇ ਵਿੱਚੋਂ ਨੀਲਾ ਰੰਗ ਸਭ ਤੋਂ ਵੱਧ ਫੈਲਦਾ। ਉਹਦਾ ਕਾਰਨ ਕੀ ਹੁੰਦਾ ਵੀ ਜਿਹੜਾ ਪ੍ਰਕਾਸ਼ ਦਾ ਫੈਲਣਾ ਹੁੰਦਾ, ਸਕੈਟਰ ਹੋਣਾ, ਇਹ ਇਨਵਰਸ ਹੁੰਦਾ ਵੀ ਉਲਟਾ ਕਿਹਦਾ, ਵੇਵ ਲੈਂਥ ਦਾ। ਹੁਣ ਕਈ ਬੱਚਿਆਂ ਨੂੰ ਵੇਵ ਦੀ ਲੈਂਥ ਨਹੀਂ ਪਤਾ ਹੋਣੀ। ਜਿਹੜੀ ਆ ਲਾਈਟ ਚੱਲਦੀ ਹੈ ਨਾ ਆਪਣੀ, ਇਹ ਵੇਵ ਇਸ ਤਰ੍ਹਾਂ ਚੱਲਦੀ ਹੈ, ਲਾਈਟ ਪ੍ਰਕਾਸ਼ ਇਸ ਤਰ੍ਹਾਂ ਚੱਲਦਾ, ਇਹਨੂੰ ਵੇਵ ਕਹਿੰਦੇ ਆ। ਜਿਹੜਾ ਉੱਪਰ ਹਿੱਸਾ ਉੱਠਦਾ ਹੁੰਦਾ ਇੱਧਰੋਂ ਇਹ ਵਾਲਾ, ਇਹਨੂੰ ਉਚਾਨ ਤੇ ਇਹਨੂੰ ਨਿਮਾਣ ਕਹਿੰਦੇ ਪੰਜਾਬੀ 'ਚ। ਇੰਗਲਿਸ਼ 'ਚ ਤੁਸੀਂ ਇਹਨੂੰ ਕਹਿੰਦੇ ਕਰੈਸਟ, ਇਹ ਵੀ ਕਰੈਸਟ। ਜਿਹੜੇ ਦੋ ਕਰੈਸਟਾਂ ਦਾ ਗੈਪ ਹੈ ਇਹਨੂੰ ਕੀ ਕਹਿੰਦੇ, ਵੇਵ ਲੈਂਥ, ਜਿਹਨੂੰ ਲੈਮਡਾ ਦੇ ਨਾਲ ਡਿਨੋਟ ਕੀਤਾ ਜਾਂਦਾ, ਇਹਨੂੰ ਕਹਿੰਦੇ ਵੇਵ ਲੈਂਥ। ਵੇਵ ਦੀ ਲੰਬਾਈ, ਤਰੰਗ ਲੰਬਾਈ ਇਹਦੇ ਹੁੰਦਾ। ਜਿਹੜਾ ਬਲੂ ਕਲਰ ਹੈ ਇਹਦੀ ਸ਼ਾਰਟਰ ਹੈ, ਯਾਨੀ ਕਿ ਛੋਟੀ ਹੈ। ਜਿਹੜੀ ਵੇਵ ਦੀ ਲੈਂਥ ਹੈ, ਤਰੰਗ ਦੀ ਲੰਬਾਈ, ਉਹ ਛੋਟੀ ਹੈ। ਸ਼ਾਰਟ ਹੋਣ ਕਰਕੇ ਇੱਕ ਨੂੰ ਆਪਾਂ ਛੋਟੇ ਮੁੱਲ ਨਾਲ ਵੰਡਾਂਗੇ ਤਾਂ ਜਿਹੜਾ ਇੱਥੇ ਖੰਡਾਓ ਜਿਹੜਾ ਸਕੈਟਰ ਉਹ ਕੀ ਹੋਊਗਾ, ਜ਼ਿਆਦਾ। ਇਸ ਕਰਕੇ ਆਪਾਂ ਨੂੰ ਪੂਰਾ ਜਿਹੜਾ ਸਕਾਈ ਹੈ ਇਹ ਕਿਹੜਾ ਦਿਸਦਾ ਹੈਗਾ, ਬਲੂ ਕਲਰ। ਇਹ ਰੀਜ਼ਨ ਹੈ ਇਹਦਾ, ਸਕਾਈ ਦੇ ਬਲੂ ਮਿਲਦਾ। डाउट ਤਾਂ रिपीट करवा लो, अदरवाइज अपन नैक्सट टॉपिक कर लिए। अच्छा वेवलेंथ का ध्यान रखना पो, जो पूरा वेव स्क्वायर है ना, इत्थे एक चीज़ हैगी है। हुण तुसीं मान लो भी वेव स्क्वायर है, वायलट ते इंडिगो है। हुण तुसीं ये देखो भी इन्हां दी वेवलेंथ तां गुरदास पता नहीं लग्या, रिपीट कर देना बच्चे। देखो भी पहला जिहड़ा प्रकाश हुंदा ना वो किते भी स्ट्रेट लाइन च नहीं आउंदा हुंदा, आपां नूं तां इह लगदा भी वो स्ट्रेट लाइन आ रही। जिहड़ा कोई भी प्रकाश है सूरज तो आ रहा वो एक वेव की फॉर्म च आउंदा। इस तरह जिहड़ी पूरी एक वेव हुंदी है वो इह तों बनदी है, एक उपर उचाण बनदा, एक निमाण, क्रेस्ट ते ट्रफ। ਜਿਹੜੇ ਦੋ ਨੇੜੇ ਦੇ ਉੱਪਰ ਵਾਲੇ ਵੇਵ ਉੱਪਰ ਉੱਠਦੀ ਹੈ, ਜਿਵੇਂ ਇੱਥੇ ਇਹ ਜਿਹੜਾ ਫਰਕ ਹੈ, ਗੈਪ ਹੈ, ਜਿੰਨਾ ਡਿਸਟੈਂਸ ਹੈ, ਉਹਨੂੰ ਕੀ ਬੋਲਿਆ ਜਾਂਦਾ ਹੈਗਾ, ਵੇਵ ਦੀ ਲੈਂਥ, ਤਰੰਗ ਦੀ ਲੰਬਾਈ। ਇਹ ਜਿੰਨੀ
ਵੱਧ ਹੋਊਗੀ ਉਨਾ ਤਾਂ ਘੱਟ ਫੈਲੂਗਾ, ਤੇ ਜਿੰਨੀ ਇਹ ਘੱਟ ਹੋਊ ਉਨੀ ਪ੍ਰਕਾਸ਼ ਜ਼ਿਆਦਾ ਫੈਲਦਾ ਹੈ। ਯਾਨੀ ਕਿ ਨੀਲੇ ਰੰਗ ਦੀ ਵੇਵਲੈਂਥ ਸਭ ਤੋਂ ਸ਼ਾਰਟਰ ਹੈ, ਛੋਟੀ ਹੈ। ਬਟ ਉਹਦੇ ਨਾਲੋਂ ਵੀ ਜੇ ਤੁਸੀਂ ਦੇਖੋ ਵਾਇਲਟ ਤੇ ਇੰਡੀਗੋ ਰੰਗ ਜਿਹੜੇ ਇਹਨਾਂ ਦੀ ਵੇਵਲੈਂਥ ਉਹ ਤੋਂ ਵੀ ਸ਼ਾਰਟ ਹੈ, ਪਰ ਇਹ ਦਿਸਦੇ ਨਹੀਂ ਆਪਾਂ ਨੂੰ। ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਸਾਡੀ ਆਈ ਇਹਨਾਂ ਨੂੰ ਡਿਟੈਕਟ ਨਹੀਂ ਕਰ ਪਾਉਂਦੀ, ਇਹਨਾਂ ਨੂੰ ਅਸੀਂ ਆਈ ਦੇ ਨਾਲ ਦੇਖ ਨਹੀਂ ਸਕਦੇ, ਇਸ ਕਰਕੇ ਨਹੀਂ ਆਪਾਂ ਨੂੰ ਵਿਜ਼ੀਬਲ ਹੁੰਦੇ। ਹੁਣ ਜਿਵੇਂ ਰੈੱਡ ਕਲਰ ਕਹਿ ਲਓ, ਤੁਹਾਨੂੰ ਪੁੱਛਿਆ ਜਾਂਦਾ ਹੁੰਦਾ ਵੀ ਜਿਵੇਂ ਅਗਲਾ ਕੰਸੈਪਟ ਆਪਾਂ ਕਰਦੇ ਹਾਂ ਵੀ ਸੂਰਜ ਜਦੋਂ ਸੈੱਟ ਹੁੰਦਾ ਨਾ, ਸੂਰਜ ਛਿਪਦਾ ਹੈ ਜਾਂ ਚੜ੍ਹਦਾ ਹੈ ਤਾਂ ਆਪਾਂ ਨੂੰ ਲਾਲ ਰੰਗ ਦਾ ਦਿਖਾਈ ਦਿੰਦਾ ਹੈ। ਉਹਦਾ ਕੀ ਕਾਰਨ ਹੈ? ਜੇ ਤੁਸੀਂ ਆਮ ਹੀ ਦੇਖਿਆ ਨਾ ਪ੍ਰਕਾਸ਼ ਵੀ ਸੂਰਜ ਚੜ੍ਹਦਾ ਜਾਂ ਛਿਪਦਾ ਹੈ ਤਾਂ ਉਹ ਤੁਹਾਨੂੰ ਥੋੜਾ ਜਿਹਾ ਰੈਡਿਸ਼ ਕਲਰ ਦਾ ਮਿਲਦਾ ਹੈ। ਉਹਦਾ ਕਾਰਨ ਕੀ ਹੁੰਦਾ ਹੈਗਾ? ਜਦੋਂ ਤਾਂ ਸੂਰਜ ਹੁੰਦਾ ਵੀ ਸਾਡੇ ਕੋਲ ਬਿਲਕੁਲ ਉੱਪਰ, ਤਾਂ ਲਾਈਟ ਤੁਹਾਨੂੰ ਸਾਰਾ ਕੁਝ ਤੇ ਦਿਸਦਾ ਵੀ ਵਾਈਟ ਹੀ ਹੈ। ਜਦੋਂ ਹੌਰੀਜ਼ੌਨਟਲ ਪੋਜੀਸ਼ਨਾਂ ਤੇ ਹੁੰਦਾ ਹੈ, ਇਹ ਵਾਲਿਆਂ ਤੇ, ਇਹਦਾ ਪੰਜਾਬੀ 'ਚ ਤੁਹਾਨੂੰ ਇਹੀ ਕਹਿੰਦੇ ਵੀ ਸੂਰਜ ਚੜ੍ਹਨ ਤੇ ਛਿਪਣ ਦੇ ਵੇਲੇ ਲਾਲ ਰੰਗ ਦਾ ਕਿਉਂ ਦਿਖਾਈ ਦਿੰਦਾ, ਯਾਨੀ ਕਿ ਕਲਰ ਜਿਹੜਾ ਸਨਰਾਈਜ਼ ਤੇ ਸੈੱਟ ਹੁੰਦਾ ਉਸ ਟਾਈਮ ਤੇ ਰੈੱਡ ਕਿਉਂ ਹੁੰਦਾ? ਉਹਦਾ ਕੀ ਕਾਰਨ? ਵੇਵ ਸਕੁਆਇਰ ਕਰਕੇ ਆਏ ਨਾ ਆਪਾਂ ਪਿੱਛੇ, ਇਹਦੇ ਵਿੱਚੋਂ ਇਹਦੀ ਵੇਵਲੈਂਥ ਸਭ ਤੋਂ ਵੱਧ ਹੈ, ਜਿਹਦੀ ਆਪਾਂ ਲੈਮਡਾ ਕਹਿੰਦੇ ਸੀ ਵੇਵਲੈਂਥ, ਰੰਗ ਦੀ ਲੰਬਾਈ, ਉਹ ਮੈਕਸਿਮਮ ਹੈ ਜੀ, ਯਾਨੀ ਕਿ ਜੇ ਗੱਲ ਲਾਰਜ ਹੈ। ਜਦੋਂ ਤਾਂ ਹੁੰਦਾ ਵੀ ਸੂਰਜ ਆਪਣੇ ਉੱਪਰ ਬਿਲਕੁਲ ਅਰਥ ਦੇ ਉੱਪਰ, ਤਾਂ ਉੱਥੇ ਉਹਦਾ ਡਿਸਟੈਂਸ ਆਪਣੇ ਨਾਲੋਂ ਘੱਟ ਜਾਂਦਾ, ਜਿਹਦੇ ਕਰਕੇ ਤੁਹਾਨੂੰ ਸਾਰੀ ਵਾਈਟ ਲਾਈਟ ਉਹ ਵਿਜ਼ੀਬਲ ਹੁੰਦੀ ਹੈ। ਪਰ ਜਦੋਂ ਸੂਰਜ ਹੁੰਦਾ ਹੈਗਾ ਸਭ ਤੋਂ ਹੌਰੀਜ਼ੌਨਟਲ ਪੋਜੀਸ਼ਨ ਤੇ, ਤਾਂ ਲਾਈਟ ਜਿਹੜੀ ਸਕੈਟਰ ਹੁੰਦੀ ਹੈ, ਜਿਹੜੀ ਵੇਵ ਸਕੁਆਇਰ ਦੇ ਬਾਕੀ ਕਲਰ ਨੇ ਸਾਰੇ, ਉਹ ਤਾਂ ਰਸਤੇ 'ਚ ਹੀ ਖਿੰਡ ਜਾਂਦੇ ਨੇ, ਸਕੈਟਰ ਹੋ ਜਾਂਦੇ ਨੇ, ਆਪਣੇ ਤੱਕ ਪਹੁੰਚ ਹੀ ਨਹੀਂ ਪਾਉਂਦੇ। ਬਟ ਜਿਹੜਾ ਦੂਰੋਂ ਸਾਨੂੰ ਕਿਹੜਾ ਕਲਰ ਦਿਖਾਈ ਦਿੰਦਾ ਇਕੱਲਾ, ਫਿਰ ਰੈੱਡ। ਉਹਦਾ ਕਾਰਨ ਕੀ ਹੈ? ਇਹਦੀ ਵੇਵ ਦੀ ਲੈਂਥ ਜਿਹੜੀ ਆਹ ਵਾਲੀ, ਉਹ ਥੋੜੀ ਕੀ ਹੈ, ਜ਼ਿਆਦਾ ਹੈਗੀ। ਜ਼ਿਆਦਾ ਹੋਣ ਕਰਕੇ ਇਹ ਰੰਗ ਜਿਹੜਾ ਉਹ ਘੱਟ ਫੈਲਦਾ। ਘੱਟ ਫੈਲਣ ਕਾਰਨ ਕਿ ਸਾਨੂੰ ਸੂਰਜ ਦਾ ਕਲਰ ਜਿਹੜਾ ਛਿਪਣ ਦੇ ਟਾਈਮ ਤੇ ਚੜ੍ਹਨ ਦੇ ਟਾਈਮ ਤੇ ਕੀ ਮਿਲਦਾ ਰਹਿੰਦਾ ਹੈਗਾ, ਉਹ ਲਾਲ ਰੰਗ ਮਿਲਦਾ ਹੈ, ਰੈੱਡ। ਇਹ ਕਾਰਨ ਹੈ। ਕਲੀਅਰ? ਜਿਸ ਨੂੰ ਪੁੱਛਿਆ ਜਾਵੇ ਵੀ ਡੇਂਜਰ ਸਿਗਨਲ ਜਿਹੜੇ ਹੁੰਦੇ ਨੇ ਜਿੰਨੇ ਵੀ, ਉਹਨਾਂ ਵਿੱਚ ਰੈੱਡ ਕਲਰ ਯੂਜ਼ ਕਰਨ ਦਾ ਕਾਰਨ ਕੀ ਹੈ? ਕਿਉਂਕਿ ਉਹਦੀ ਵੇਵਲੈਂਥ ਜਿਹੜੀ ਉਹ ਵੱਧ ਹੈਗੀ, ਜਿਹਦੇ ਕਾਰਨ ਉਹਦੀ ਸਕੈਟਰਿੰਗ ਘੱਟ ਹੈ, ਤਾਂ ਉਹ ਲਾਲ ਦਿਖਾਈ ਦਿੰਦਾ ਸੀ। ਜਿਹੜੀ ਦੂਰੋਂ ਚੀਜ਼ ਦਿਖਾਈ ਨਾ, ਦੂਰੋਂ ਸਿਰਫ ਰੈੱਡ ਕਲਰ ਹੀ ਆਪਾਂ ਨੂੰ ਵਿਜ਼ੀਬਲ ਹੁੰਦਾ, ਕਿ ਲਾਲ ਰੰਗ ਜਿਹੜਾ ਇਹ ਵਿੱਚ ਖਤਰੇ ਵਾਸਤੇ ਇਸੇ ਕਰਕੇ ਵਰਤਿਆ ਜਾਂਦਾ ਵੀ ਦੂਰੋਂ ਦਿਖਾਈ ਦੇ ਦਿੰਦਾ। ਬਲੂ ਆਪਾਂ ਤਾਂ ਨਹੀਂ ਯੂਜ਼ ਕਰਦੇ, ਉਹ ਰਸਤੇ 'ਚ ਸਕੈਟਰ ਹੋ ਜਾਊ, ਫਿਰ ਆਪਾਂ ਨੂੰ ਵਿਜ਼ੀਬਿਲਟੀ ਨਹੀਂ ਹੋਣੀ। ਹੁਣ ਆਪਾਂ ਦੇਖਿਆ ਅਰਥ ਤੋਂ ਸਾਨੂੰ ਸਕਾਈ ਸਾਰਾ ਕੀ ਦਿਸਦਾ ਹੈਗਾ, ਬਲੂ। ਬਟ ਜੇ ਇੱਕ ਸਾਇੰਟਿਸਟ ਸਪੇਸ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ ਪੂਰੀ ਸਪੇਸ ਜਿਹੜੀ ਉਹ ਕੀ ਦਿਖਾਈ ਦਿੰਦੀ ਹੈਗੀ, ਡਾਰਕ। ਅਰਥ ਤੇ ਸਾਨੂੰ ਬਲੂ ਮਿਲਦਾ ਹੈ, ਸਕਾਈ ਸਾਡਾ। ਉਹਦਾ ਕਾਰਨ ਕੀ ਹੈ? ਵੀ ਉਸ ਨੂੰ ਪਤਾ ਵੀ ਸਪੇਸ ਦੇ ਵਿੱਚ ਕੀ ਹੈ, ਜਿਹੜਾ ਆਪਣਾ ਸਕਾਈ ਹੈ, ਅਸਮਾਨ ਹੈ, ਪੁਲਾੜ ਯਾਤਰੀ ਨੂੰ ਵੀ ਹਮੇਸ਼ਾ ਉਹ ਕਾਲੀ ਦਿਸੂਗਾ, ਕਾਲੇ ਰੰਗ ਦਾ। ਤਾਂ ਉਹਦਾ ਕਾਰਨ ਕੀ ਬਣ ਜਾਂਦਾ ਇੱਥੇ? ਇੱਥੇ ਕੋਈ ਵੀ ਕੀ ਹੈ, ਕੋਈ ਡਸਟ ਪਾਰਟੀਕਲ ਜਿਹੜੇ ਉਹ ਐਬਸੈਂਟ ਹੈ ਨਹੀਂ ਗੇ, ਯਾਨੀ ਕਿ ਧੂੜ ਕਣ ਜਿਹੜੇ ਉਹ ਸਪੇਸ ਦੇ ਵਿੱਚ ਹੈ ਨਹੀਂ। ਨਾ ਹੋਣ ਕਾਰਨ ਜਿਹੜਾ ਪ੍ਰਕਾਸ਼ ਹੈ ਉਹਦਾ ਖੰਡਿਆ ਵੀ ਨਹੀਂ ਹੁੰਦਾ, ਪ੍ਰਕਾਸ਼ ਫੈਲਦਾ ਨਹੀਂ, ਤੇ ਫਿਰ ਕੀ ਹੁੰਦਾ ਵੀ ਹੁਣ ਪੂਰੀ ਸਪੇਸ ਹੀ ਕੀ ਦਿਸਦੀ ਹੈਗੀ, ਪੂਰੀ ਕਾਲੇ ਰੰਗ ਦੀ। ਸੁਖਮਨ ਜਿਹੜੀ ਵੇਵਲੈਂਥ ਹੈ ਬੱਚੇ, ਇਹ ਤੁਹਾਨੂੰ ਥੋੜਾ ਜਿਹਾ ਕੰਸੈਪਟ ਨਵਾਂ ਹੈ ਵੀ ਪ੍ਰਕਾਸ਼ ਹਮੇਸ਼ਾ ਵੇਵ ਦੀ ਫਾਰਮ 'ਚ ਚੱਲਦਾ, ਇਹਨੂੰ ਵੇਵ ਕਹਿੰਦੇ। ਇੱਕ ਤਾਂ ਇਹਦਾ ਕਹਿੰਦੇ ਸਟਰੇਟ ਲਾਈਨ ਜਾਣਾ, ਸਿੱਧੀ ਰੇਖਾ 'ਚ ਜਾਣਾ, ਇਹ ਵੇਵ ਦੀ ਫਾਰਮ 'ਚ ਜਾਣਾ, ਰੰਗ ਵੀ ਕਹਿੰਦੇ ਆਪਾਂ ਇਹਨੂੰ। ਇਹ ਜਿਹੜਾ ਵੇਵ ਹੈ ਉੱਪਰ ਉੱਠਦੀ ਹੈ, ਪਹਿਲਾਂ ਆਪਣਾ ਪਾਥ, ਫਿਰ ਨੀਚੇ ਟਰੈਵਲ ਕਰਦੀ ਹੈ, ਫਿਰ ਉੱਪਰ ਕਰਦੀ ਹੈ, ਫਿਰ ਨੀਚੇ। ਆਹ ਇਹਦੀ ਮੇਨ ਪੋਜੀਸ਼ਨ ਹੈ, ਇਹਦੇ ਅਬਾਊਟ ਇਹਦਾ ਮੋਸ਼ਨ ਹੁੰਦਾ ਰਹਿੰਦਾ, ਉੱਪਰ ਨੀਚੇ, ਉੱਪਰ ਨੀਚੇ, ਇਸ ਤਰ੍ਹਾਂ ਚੱਲਦੀ ਹੈ। ਤੇ ਜਿੰਨੀ ਵਾਰ ਇਹ 2 ਵਾਰ ਉੱਪਰ ਉੱਠ ਗਈ ਨਾ ਇੱਥੇ,
ਇਹ 'ਚ ਕਿੰਨਾ ਗੈਪ ਹੈ ਉਹਨੂੰ ਵੇਵਲੈਂਥ ਹੋ ਜਾਂਦਾ। ਕਲੀਅਰ ਹੋ ਗਿਆ ਵੀ? ਐਸਟਰੋਨੌਟ ਐਡ ਉਹਨੂੰ ਸਕਾਈ ਜਿਹੜਾ ਉੱਥੇ ਦੇਖੋ ਸਮਾਨ ਆਪਦਾ ਉਹ ਕਾਲਾ ਦਿਸੂਗਾ, ਕਿਉਂਕਿ ਉੱਥੇ ਜਿਹੜਾ ਪ੍ਰਕਾਸ਼ ਆ ਉਹ ਨਹੀਂ ਫੈਲਦਾ, ਧੂੜ ਕਣ ਜਿਹੜੀ ਮਿੱਟੀ ਉਹ ਨਾ ਹੋਣ ਕਰਕੇ। ਟਿੰਡਲ ਇਫੈਕਟ ਨਹੀਂ ਹੁੰਦਾ, ਯਾਨੀ ਕਿ ਜਿਵੇਂ ਧਰਤੀ ਦੇ ਉੱਪਰ ਹੁੰਦਾ ਨਾ ਟਿੰਡਲ ਇਫੈਕਟ, ਪ੍ਰਕਾਸ਼ ਫੈਲ ਜਾਂਦਾ ਇਸ ਤਰ੍ਹਾਂ। ਠੀਕ ਹੈ ਸਟੂਡੈਂਟਸ, ਹੋ ਗਿਆ ਉਹ ਕਲੀਅਰ? ਬਾਕੀ ਡਾਊਟਸ ਮੈਂ ਨੈਕਸਟ ਕਲਾਸ ਵਿੱਚ ਲੈ ਲੂੰਗਾ ਜੇ ਪ੍ਰੋਬਲਮ ਆਈ ਤਾਂ। ਬਾਕੀ ਜਿਹੜਾ ਕੋਈ ਲੇਟ ਜੁਆਇਨ ਕੀਤਾ ਮੈਂ ਅਪਲੋਡ ਕਰ ਦਿੰਦਾ, ਤੇ ਉਸ ਤੋਂ ਬਾਅਦ ਤੁਸੀਂ ਬਾਅਦ ਵਿੱਚ ਇਹਨੂੰ